महा कार्टून टीवी। ਕੈਪਚਰ। ਮਾਨਵ ਆਪਦੇ ਬੇਬੇ ਤੇ ਬਾਪੂ ਜੀ ਨਾਲ ਮਨਾਲੀ ਦੇ ਇੱਕ ਪੁਰਾਣੇ ਰਿਜ਼ੋਰਟ ਵਿੱਚ ਕੁਝ ਦਿਨ ਦੀਆਂ ਗਰਮੀ ਦੀਆਂ ਛੁੱਟੀਆਂ ਕੱਟਣ ਆਇਆ ਸੀ। ਉਹਦੇ ਕੋਲ ਇੱਕ ਕੈਮਰਾ ਸੀ ਜਿਸ ਵਿੱਚ ਉਹ ਆਪਣੀਆਂ ਚੰਗੀਆਂ ਤੇ ਬੁਰੀਆਂ ਯਾਦਾਂ ਨੂੰ ਕੈਦ ਕਰਨਾ ਚਾਹੁੰਦਾ ਸੀ। ਰਾਤ ਦੇ ਲਗਭਗ 1:30 ਵੱਜ ਗਏ ਸੀ, ਇਸ ਲਈ ਉਹਨਾਂ ਨੇ ਜਲਦੀ ਹੀ ਕਮਰੇ ਵਿੱਚ ਜਾਣਾ ਸਹੀ ਸਮਝਿਆ। ਮਾਨਵ ਦਾ ਕਮਰਾ 5ਵੇਂ ਫਲੋਰ ਤੇ ਸੀ। ਉਹਨੇ ਆਪਦੇ ਬੇਬੇ ਤੇ ਬਾਪੂ ਜੀ ਨੂੰ ਦੂਜੇ ਫਲੋਰ ਤੇ ਕਮਰੇ ਵਿੱਚ ਛੱਡ ਕੇ ਆਪਦੇ ਕਮਰੇ ਵੱਲ ਜਾਣਾ ਸ਼ੁਰੂ ਕੀਤਾ ਕਿ ਉਦੋਂ ਹੀ ਉਹਨੂੰ ਅਚਾਨਕ ਲੱਗਿਆ ਕਿ ਕੋਈ ਉਹਦਾ ਪਿੱਛਾ ਕਰ ਰਿਹਾ ਹੈ। ਬਹੁਤ ਰਾਤ ਹੋ ਚੁੱਕੀ ਸੀ, ਇਸ ਕਰਕੇ ਸਾਰਾ ਰਿਜ਼ੋਰਟ ਖਾਲੀ ਸੀ। ਡਰ ਦੇ ਮਾਰੇ ਮਾਨਵ ਨੂੰ ਪਸੀਨੇ ਆਉਣ ਲੱਗੇ ਅਤੇ ਉਹਨੇ ਬਿਨਾਂ ਪਿੱਛੇ ਦੇਖੇ ਲਿਫਟ ਵਾਲੇ ਪਾਸੇ ਦੌੜ ਲਾ ਦਿੱਤੀ। ਲਿਫਟ ਦਾ ਦਰਵਾਜ਼ਾ ਬੰਦ ਹੁੰਦੇ ਹੀ ਉਹਦੀ ਸਾਹ ਵਿੱਚ ਸਾਹ ਆਈ ਹੀ ਸੀ, ਪਰ ਇੱਕਦਮ ਲਿਫਟ ਰੁਕ ਗਈ ਅਤੇ ਲਾਈਟਾਂ ਬਲਨ ਤੇ ਬੁਝਣ ਲੱਗੀਆਂ। ਮਾਨਵ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ, ਉਹ ਬਸ ਥਰ-ਥਰ ਕੰਬ ਰਿਹਾ ਸੀ। ਅੰਦਰ ਘੁੱਟਣ ਹੋਣ ਲੱਗੀ। ਫਿਰ ਮਾਨਵ ਨੇ ਘਬਰਾਉਂਦੇ ਹੋਏ ਚੀਕ ਮਾਰੀ ਤਾਂ ਕਿ ਕੋਈ ਉਹਨੂੰ ਉੱਥੋਂ ਬਾਹਰ ਕੱਢ ਲਵੇ। ਓਏ ਬਾਹਰ ਕੋਈ ਹੈਗਾ? ਮੈਂ ਇੱਥੇ ਫਸ ਗਿਆ ਹਾਂ। ਕਿਰਪਾ ਕਰਕੇ ਕੋਈ ਮੇਰੀ ਮਦਦ ਕਰ ਦੋ ਪਲੀਜ਼। ਪਰ ਬਾਹਰ ਤਾਂ ਕੋਈ ਵੀ ਨਹੀਂ ਸੀ ਜਿਹੜਾ ਮਾਨਵ ਦੀ ਆਵਾਜ਼ ਸੁਣ ਸਕੇ ਜਾਂ ਉਹਦੀ ਮਦਦ ਕਰ ਸਕੇ। ਮਾਨਵ ਨੇ ਆਪਣੇ ਕੰਬਦੇ ਹੋਏ ਹੱਥਾਂ ਨਾਲ ਆਪਣੀ ਜੇਬ ਵਿੱਚੋਂ ਫੋਨ ਕੱਢਿਆ ਅਤੇ ਆਪਣੇ ਬਾਪੂ ਜੀ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਹੀ ਮਾਨਵ ਨੂੰ ਅਹਿਸਾਸ ਹੋਇਆ ਕਿ ਕਿਸੇ ਨੇ ਉਹਦਾ ਹੱਥ ਪਿੱਛੋਂ ਫੜ ਲਿਆ ਹੈ। ਇਸ ਗੱਲ ਕਰਕੇ ਉਹ ਹੋਰ ਡਰ ਗਿਆ। ਪਰ ਮਾਨਵ ਤਾਂ ਲਿਫਟ ਵਿੱਚ ਇਕੱਲਾ ਸੀ, ਫਿਰ ਕਿਹਨੇ ਉਹਦਾ ਹੱਥ ਫੜਿਆ ਹੋਊਗਾ? ਇਹੀ ਸੋਚ ਕੇ ਮਾਨਵ ਦੇ ਹੋਸ਼ ਉੱਡ ਗਏ। ਉਸਦੇ ਮੂੰਹ ਚੋਂ ਹੁਣ ਇੱਕ ਵੀ ਬੋਲ ਨਹੀਂ ਨਿਕਲ ਪਾ ਰਿਹਾ ਸੀ। ਚਾਰੇ ਪਾਸੇ ਇੱਕ ਖਾਮੋਸ਼ੀ ਜਿਹੀ ਛਾਈ ਹੋਈ ਸੀ ਜਿਸ ਵਿੱਚ ਮਾਨਵ ਆਪਣੇ ਦਿਲ ਦੀ ਆਵਾਜ਼ ਸਾਫ਼-ਸਾਫ਼ ਸੁਣ ਪਾ ਰਿਹਾ ਸੀ। ਉਹਦੇ ਸਾਹਾਂ ਦੀ ਗਰਮੀ ਉਹਨੂੰ ਮਹਿਸੂਸ ਹੋਣ ਲੱਗੀ ਅਤੇ ਫਿਰ ਮਾਨਵ ਦੀ ਇੱਕ ਚੀਖ ਦੇ ਨਾਲ ਚਾਰੇ ਪਾਸੇ ਸਨਾਟਾ ਛਾ ਗਿਆ ਅਤੇ ਸਭ ਕੁਝ ਸ਼ਾਂਤ ਹੋ ਗਿਆ। ਸਵੇਰ ਦੀ ਪਹਿਲੀ ਕਿਰਨ ਦੇ ਨਾਲ ਹੀ ਮਾਨਵ ਨੂੰ ਹੋਸ਼ ਆਇਆ। ਉਹ ਆਪਣੇ ਕਮਰੇ ਦੇ ਬਿਸਤਰ ਤੇ ਪਿਆ ਸੀ। ਉਹਦੇ ਸਿਰ ਤੇ ਇੱਕ ਪੱਟੀ ਬੰਨੀ ਹੋਈ ਸੀ ਅਤੇ ਉਸ ਪੱਟੀ ਤੇ ਖੂਨ ਦਾ ਨਿਸ਼ਾਨ ਵੀ ਸਾਫ਼-ਸਾਫ਼ ਦਿਖ ਰਿਹਾ ਸੀ। ਉਦੋਂ ਹੀ ਉਹਦੇ ਬੇਬੇ ਅਤੇ ਬਾਪੂ ਜੀ ਉਹਦੇ ਕੋਲ ਆਏ ਅਤੇ ਉਹਨਾਂ ਨੇ ਉਹ ਤੋਂ ਪੁੱਛਿਆ, ਪੁੱਤਰ ਮਾਨਵ, ਤੇਰੇ ਨਾਲ ਇਹ ਸਭ ਕਿੱਦਾਂ ਹੋਇਆ? ਓਏ ਕੀ ਹੋਇਆ ਪੁੱਤਰ? ਤੂੰ ਕੁਝ ਬੋਲ ਕਿਉਂ ਨਹੀਂ ਰਿਹਾ? ਮਾਨਵ ਦੇ ਬੇਬੇ ਅਤੇ ਬਾਪੂ ਜੀ ਉਹ ਤੋਂ ਪਿਛਲੀ ਰਾਤ ਦੇ ਬਾਰੇ ਪੁੱਛਦੇ ਰਹੇ, ਪਰ ਉਹ ਕੋਈ ਵੀ ਜਵਾਬ ਨਹੀਂ ਦੇ ਪਾ ਰਿਹਾ ਸੀ। ਮਾਨਵ ਗੁੰਮਸੁੰਮ ਜਾ ਬੈਠਾ ਰਿਹਾ ਤੇ ਆਪਣੀ ਉਦਾਸ ਅੱਖਾਂ ਨਾਲ ਸਾਰਿਆਂ ਨੂੰ ਦੇਖਦਾ ਰਿਹਾ। ਕਿਸੇ ਨੂੰ ਵੀ ਮਾਨਵ ਦੀ ਇਹ ਹਾਲਤ ਦਾ ਕਾਰਨ ਸਮਝ ਨਹੀਂ ਆ ਰਿਹਾ ਸੀ ਅਤੇ ਨਾ ਹੀ ਕਿਤੇ ਮਾਨਵ ਤੇ ਅਟੈਕ ਕਰਨ ਦਾ ਸੁਰਾਗ ਸੀ। ਮਾਨਵ ਦੇ ਇਸ ਵਰਤਾਵ ਦੀ ਵਜ੍ਹਾ ਨਾਲ ਉਸਦੇ ਬੇਬੇ ਅਤੇ ਬਾਪੂ ਜੀ ਬਹੁਤ ਪਰੇਸ਼ਾਨ ਹੋ ਗਏ ਅਤੇ ਉਸ ਦੀ ਚਿੰਤਾ 'ਚ ਉਸ ਨੂੰ ਵਾਪਸ ਦਿੱਲੀ ਲੈ ਆਏ ਤਾਂ ਕਿ ਉਹਦਾ ਚੰਗੀ ਤਰ੍ਹਾਂ ਇਲਾਜ ਹੋ ਸਕੇ। ਮਾਨਵ ਦੇ ਬਾਪੂ ਜੀ ਨੇ ਉਹਦਾ ਵੱਡੇ ਤੋਂ ਵੱਡੇ ਡਾਕਟਰ ਤੋਂ ਇਲਾਜ ਕਰਵਾਇਆ ਤੇ ਉਹਦੀ ਸਿਹਤ ਵਿੱਚ ਸੁਧਾਰ ਵੀ ਆ ਗਿਆ, ਪਰ ਉਹਨੂੰ ਉਸ ਰਾਤ ਦੀ ਘਟਨਾ ਦੇ ਬਾਰੇ 'ਚ ਕੁਝ ਵੀ ਯਾਦ ਨਹੀਂ ਸੀ। ਫਿਰ ਸਾਰਿਆਂ ਨੇ ਇਹ ਕਿੱਸਾ ਇੱਕ ਬੁਰਾ ਹਾਦਸਾ ਸਮਝ ਕੇ ਭੁਲਾ ਦਿੱਤਾ। ਕੁਝ ਟਾਈਮ ਬਾਅਦ ਮਾਨਵ ਦਾ ਜਨਮ ਦਿਨ ਸੀ। ਉਹਦੇ ਬੇਬੇ ਬਾਪੂ ਜੀ ਬਹੁਤ ਜ਼ਿਆਦਾ ਖੁਸ਼ ਸੀ ਅਤੇ ਮਾਨਵ ਦਾ 21ਵਾਂ ਜਨਮ ਦਿਨ ਧੂਮਧਾਮ ਨਾਲ ਮਨਾਉਣਾ ਚਾਹੁੰਦੇ ਸੀ ਅਤੇ ਉਹਨਾਂ ਨੇ ਕੀਤਾ ਵੀ ਇੰਝ ਹੀ। ਜਨਮ ਦਿਨ ਦੀ ਪਾਰਟੀ 'ਚ ਬਹੁਤ ਸਾਰੇ ਦੋਸਤ ਅਤੇ ਰਿਸ਼ਤੇਦਾਰ ਆਏ ਸੀ। ਮਾਨਵ ਵੀ ਸਾਰਿਆਂ ਨਾਲ ਬਹੁਤ ਖੁਸ਼ ਸੀ। ਸਾਰੇ ਮਿਲ ਕੇ ਖੁਸ਼ ਹੋ ਕੇ ਨੱਚ ਰਹੇ ਸੀ
ਉਦੋਂ ਹੀ ਮਾਨਵ ਦੀ ਬੇਬੇ ਨੇ ਇਹ ਖੁਸ਼ੀ ਦੇ ਪਲਾਂ ਨੂੰ ਕੈਮਰੇ 'ਚ ਕੈਪਚਰ ਕਰਨ ਦਾ ਸੋਚਿਆ ਅਤੇ ਉਹ ਮਾਨਵ ਦਾ ਕੈਮਰਾ ਲੈ ਆਏ। ਉਹਨਾਂ ਨੇ ਜਿਵੇਂ ਹੀ ਕੈਮਰਾ ਖੋਲ੍ਹਿਆ ਤਾਂ ਉਸ ਵਿੱਚ ਰਿਜ਼ੋਰਟ ਦੀ ਉਸ ਰਾਤ ਦਾ ਵੀਡੀਓ ਚੱਲ ਪਿਆ, ਜਿਸ ਨੂੰ ਦੇਖ ਕੇ ਮਾਨਵ ਦੀ ਮੰਮੀ ਦੇ ਹੋਸ਼ ਉੱਡ ਗਏ। ਬੇਬੇ ਕੀ ਹੋਇਆ? ਫੋਟੋ ਖਿੱਚੋ ਨਾ ਪਲੀਜ਼। ਮਾਨਵ ਦੀ ਮੰਮੀ ਨੇ ਖੁਦ ਨੂੰ ਸੰਭਾਲਿਆ ਤੇ ਆਪਦੇ ਕੰਬਦੇ ਹੋਏ ਹੱਥਾਂ ਨਾਲ ਮਾਨਵ ਦੀ ਫੋਟੋ ਲਈ। ਜਿਵੇਂ ਹੀ ਉਹਨਾਂ ਨੇ ਉਹ ਫੋਟੋ ਦੇਖੀ, ਉਹਨਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਹੀ ਰਹਿ ਗਈਆਂ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।